ओशो ਦਾ ਪ੍ਰਵਚਨ ਹੈ ਅਨੋਖੇ ਪ੍ਰੇਮ ਦਾ ਅਨੁਭਵ ਪ੍ਰਾਰਥਨਾ। ओशो ਜੀਵਨ ਦਾ ਅੰਤਿਮ ਮਕਸਦ ਆਤਮ ਦਰਸ਼ਨ ਆਤਮ ਬੋਧ ਹੈ, ਉਹ ਮੰਨਣ ਯੋਗ ਹੈ। ਇਹ ਪਹਿਲਾ ਪ੍ਰਸ਼ਨ ਸੀ। ਦੂਸਰਾ, ਤੁਸੀਂ ਪ੍ਰਾਰਥਨਾ ਲਈ ਵਿਰੋਧ ਕਰਦੇ ਹੋ, ਲੇਕਿਨ ਮੈਂ ਸਮਝਦੀ ਹਾਂ ਕਿ ਪ੍ਰਾਰਥਨਾ ਇੱਕ ਸ਼ੁਭ ਚਿੰਤਨ ਹੈ ਤੇ ਸਮਾਜ ਵਿੱਚ ਸਤੋਗੁਣੀ ਤੇ ਪਵਿੱਤਰਤਾ ਦਾ ਅਸਰ ਉਤਪੰਨ ਕਰਨ ਦਾ ਇੱਕ ਸਾਧਨ ਹੈ। ਤੁਹਾਡਾ ਹਿਰਦੇ ਪੂਰਵਕ ਦਿੱਤਾ ਹੋਇਆ ਇਹ ਵਿਖਿਆਨ ਪ੍ਰਾਰਥਨਾ ਨਹੀਂ ਤਾਂ ਹੋਰ ਕੀ ਹੈ। ਤੀਸਰਾ ਪ੍ਰਸ਼ਨ, ਤੁਸੀਂ ਸ਼ੁਭ ਚਿੰਤਨ ਕਰਕੇ ਉਸ ਦਾ ਫਾਇਦਾ ਹੋਰ ਆਤਮਾ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹੀ ਹੋ। ਇਸੇ ਅਰਥ ਵਿੱਚ ਪ੍ਰਾਰਥਨਾ ਸ਼ੁਭ ਕਾਮਨਾਵਾਂ ਦਾ ਕੀ ਦੂਜਾ ਨਾਂ ਨਹੀਂ ਹੈ? ਉੱਤਰ, ਮੇਰੀ ਦ੍ਰਿਸ਼ਟੀ 'ਚ ਪ੍ਰਾਰਥਨਾ ਕੀਤੀ ਨਹੀਂ ਜਾ ਸਕਦੀ, ਪ੍ਰਾਰਥਨਾ ਵਿੱਚ ਹੋਇਆ ਜਾ ਸਕਦਾ ਹੈ। ਤੁਸੀਂ ਪ੍ਰਾਰਥਨਾ ਵਿੱਚ ਹੋ ਸਕਦੇ ਹੋ, ਲੇਕਿਨ ਪ੍ਰਾਰਥਨਾ ਕਰ ਨਹੀਂ ਸਕਦੇ। ਪ੍ਰਾਰਥਨਾ ਕੋਈ ਕਿਰਿਆ ਨਹੀਂ, ਪ੍ਰੇਮ ਦੀ ਅਵਸਥਾ ਹੈ। ਸਧਾਰਨ ਤੌਰ 'ਤੇ ਅਸੀਂ ਕਹਿੰਦੇ ਹਾਂ ਪ੍ਰੇਮ ਕਰਦੇ ਹਾਂ, ਇਹ ਵਚਨ ਗਲਤ ਹੈ। ਪ੍ਰੇਮ ਕੀਤਾ ਨਹੀਂ ਜਾ ਸਕਦਾ, ਪ੍ਰੇਮ 'ਚ ਹੋਇਆ ਜਾ ਸਕਦਾ ਹੈ। ਤੁਸੀਂ ਪ੍ਰੇਮ 'ਚ ਹੋ ਸਕਦੇ ਹੋ, ਲੇਕਿਨ ਪ੍ਰੇਮ ਕਰ ਨਹੀਂ ਸਕਦੇ। ਪ੍ਰੇਮ ਕੋਈ ਕਿਰਿਆ ਨਹੀਂ, ਭਾਵ ਦੀ ਇੱਕ ਦਸ਼ਾ ਹੈ। ਤਾਂ ਮੇਰਾ ਜੋ ਵਿਰੋਧ ਹੈ ਉਹ ਪ੍ਰਾਰਥਨਾ ਵਿੱਚ ਹੋਣ ਤੋਂ ਨਹੀਂ, ਪ੍ਰਾਰਥਨਾ ਕਰਨ ਤੋਂ ਹੈ। ਮੇਰਾ ਜੋ ਵਿਰੋਧ ਹੈ ਉਹ ਪ੍ਰੇਮ 'ਚ ਹੋਣ ਤੋਂ ਨਹੀਂ, ਪ੍ਰੇਮ ਕਰਨ ਤੋਂ ਹੈ। ਸਿੱਖਿਆ ਦਿੱਤੀ ਜਾਂਦੀ ਹੈ ਅਸੀਂ ਦੂਜਿਆਂ ਨਾਲ ਪ੍ਰੇਮ ਕਰੀਏ, ਇਹ ਗੱਲ ਹੀ ਗਲਤ ਹੈ, ਕਿਉਂਕਿ ਕੀਤਾ ਹੋਇਆ ਪ੍ਰੇਮ ਝੂਠਾ ਹੋਏਗਾ, ਚੇਸ਼ਟਾ ਕੀਤਾ ਹੋਇਆ ਪ੍ਰੇਮ ਮਿੱਥਿਆ ਹੋਏਗਾ, ਫਰੇਬ ਹੋਏਗਾ, ਡਿਸੈਪਸ਼ਨ ਹੋਏਗਾ। ਜਦੋਂ ਅਸੀਂ ਪ੍ਰੇਮ ਕਰਾਂਗੇ ਤਾਂ ਕੀ ਕਰਾਂਗੇ? ਅਸੀਂ ਪ੍ਰੇਮ ਦਾ ਦਿਖਾਵਾ ਕਰਾਂਗੇ। ਪ੍ਰੇਮ ਦਾ ਦਿਖਾਵਾ, ਪ੍ਰੇਮ ਦੇ ਸ਼ਬਦ ਦਾ, ਪ੍ਰੇਮ ਦੀ ਚੇਸ਼ਟਾ ਨਾਲ ਕੀਤਾ ਗਿਆ ਵਿਵਹਾਰ ਸੱਚਾ ਨਹੀਂ ਹੋਏਗਾ। ਜਦੋਂ ਅਸੀਂ ਪ੍ਰੇਮ ਕਰਨ ਦਾ ਵਿਚਾਰ ਕਰਦੇ ਹਾਂ ਤਦ ਹੀ ਸਪਸ਼ਟ ਹੈ ਕਿ ਸਾਡੇ ਅੰਦਰ ਪ੍ਰੇਮ ਨਹੀਂ ਹੈ। ਪ੍ਰੇਮ ਹੋਵੇ ਤਾਂ ਪ੍ਰੇਮ ਕੀਤਾ ਨਹੀਂ ਜਾਂਦਾ। ਪ੍ਰੇਮ ਦੀ ਇੱਕ ਮਨੋਦਸ਼ਾ ਹੈ ਤੇ ਪ੍ਰੇਮ ਪ੍ਰਵਾਹਿਤ ਹੁੰਦਾ ਹੈ। ਲੇਕਿਨ ਸਧਾਰਨ ਤੌਰ 'ਤੇ ਅਸੀਂ ਪ੍ਰਾਰਥਨਾ ਕਰਦੇ ਹਾਂ, ਇਹ ਪ੍ਰਾਰਥਨਾ ਝੂਠੀ ਹੋਏਗੀ। ਇਸ ਪ੍ਰਾਰਥਨਾ 'ਚ ਤੁਸੀਂ ਕੀ ਕਰੋਗੇ? ਪ੍ਰਭੂ ਦੀ ਪ੍ਰਸ਼ੰਸਾ ਕਰੋਗੇ, ਵਡਿਆਈ ਕਰੋਗੇ? ਕੀ ਤੁਸੀਂ ਸੋਚਦੇ ਹੋ ਪ੍ਰਭੂ ਕੋਈ ਵਿਅਕਤੀ ਹੈ ਜਿਸ ਦੀ ਵਡਿਆਈ ਅਤੇ ਪ੍ਰਸ਼ੰਸਾ ਕੀਤੀ ਜਾ ਸਕੇ, ਜਾਂ ਕਿ ਤੁਸੀਂ ਸੋਚਦੇ ਹੋ ਕਿ ਪ੍ਰਭੂ ਕੋਈ ਅਜਿਹਾ ਵਿਅਕਤੀ ਹੈ ਜੋ ਪ੍ਰਸ਼ੰਸਾ ਤੇ ਵਡਿਆਈ ਨਾਲ ਖੁਸ਼ ਹੋਏਗਾ? ਜੇ ਤੁਸੀਂ ਅਜਿਹਾ ਸੋਚਦੇ ਹੋ ਤਾਂ ਪਰਮਾਤਮਾ ਦੇ ਸੰਬੰਧ ਵਿੱਚ ਬੜਾ ਘਟੀਆ ਦ੍ਰਿਸ਼ਟੀਕੋਣ ਰੱਖਦੇ ਹੋ। ਤੁਸੀਂ ਸੋਚਦੇ ਹੋ ਕਿ ਤੁਹਾਡੀ ਵਡਿਆਈ ਨਾਲ ਪਰਮਾਤਮਾ ਪ੍ਰਸੰਨ ਹੋਏਗਾ ਤਾਂ ਤੁਸੀਂ ਪਰਮਾਤਮਾ ਨੂੰ ਕਿਸੇ ਹੰਕਾਰੀ ਵਿਅਕਤੀ ਦੀ ਸ਼ਕਲ 'ਚ ਬਣਾ ਲਿਆ। ਦੂਜੀ ਗੱਲ, ਕੀ ਤੁਸੀਂ ਸੋਚਦੇ ਹੋ ਕਿ ਪਰਮਾਤਮਾ ਕੋਈ ਵਿਅਕਤੀ ਹੈ ਜਿਸ ਨਾਲ ਕੋਈ ਗੱਲਬਾਤ ਹੋ ਸਕੇ, ਜਿਹਨੂੰ ਅਸੀਂ ਕੁਝ ਕਹਿ ਸਕੀਏ ਜਾਂ ਕੁਝ ਬੇਨਤੀ ਕਰ ਸਕੀਏ? ਪਰਮਾਤਮਾ ਕੋਈ ਵਿਅਕਤੀ ਨਹੀਂ, ਸਗੋਂ ਸੋਝੀ ਦਾ ਨਾਂ ਹੈ। ਪ੍ਰੇਮ ਦੀ ਵਡਿਆਈ ਵਿੱਚ ਜੇ ਤੁਸੀਂ ਕੁਝ ਕਹੋਗੇ ਤਾਂ ਸੁਣਨ ਵਾਲਾ ਕੋਈ ਵੀ ਨਹੀਂ ਹੈ। ਪ੍ਰੇਮ ਦੀ ਹੀ ਉੱਚ ਸੋਝੀ ਦਾ ਨਾਮ ਪਰਮਾਤਮਾ ਹੈ। ਜਦੋਂ ਪ੍ਰੇਮ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚਕਾਰ ਹੁੰਦਾ ਹੈ ਉਹ ਪ੍ਰੇਮ ਹੈ। ਦੂਜਾ ਵਿਅਕਤੀ ਪ੍ਰੇਮ ਨਹੀਂ ਹੈ, ਜੋ ਸੋਝੀ ਹੁੰਦੀ ਹੈ ਉਹ। ਤੇ ਜਦੋਂ ਇੱਕ ਵਿਅਕਤੀ ਤੇ ਸਾਰੀ ਸ੍ਰਿਸ਼ਟੀ ਵਿੱਚ, ਸਾਰੇ ਜਗਤ ਵਿੱਚ ਪ੍ਰੇਮ ਦਾ ਅਜਿਹਾ ਹੀ ਸੰਬੰਧ ਫਲਵਾਨ ਹੁੰਦਾ ਹੈ, ਤਦ ਜੋ ਅੰਦਰ ਅਹਿਸਾਸ ਹੁੰਦਾ ਹੈ ਉਸ ਅਹਿਸਾਸ ਦਾ ਨਾਂ ਪਰਮਾਤਮਾ ਹੈ। ਪਰਮਾਤਮਾ ਵਿਅਕਤੀ ਨਹੀਂ ਹੈ, ਅਹਿਸਾਸ ਹੈ। ਇਹ ਕੋਈ ਵਸਤੂ ਨਹੀਂ ਹੈ, ਸਗੋਂ ਅੰਦਰੂਨੀ ਅਨੁਭਵ ਦੀ ਇੱਕ ਦਸ਼ਾ ਹੈ। ਪਰਮਾਤਮਾ ਦੀ ਵਡਿਆਈ ਤੇ ਪ੍ਰਾਰਥਨਾ ਨਹੀਂ ਹੋ ਸਕਦੀ। ਹਾਂ, ਤੁਸੀਂ ਪ੍ਰਾਰਥਨਾ ਵਿੱਚ ਹੋ ਸਕਦੇ ਹੋ, ਤੁਸੀਂ ਪ੍ਰੇਮ 'ਚ ਹੋ ਸਕਦੇ ਹੋ, ਤੇ ਉਹ ਹੋਣ ਦਾ ਮਾਰਗ ਹੈ ਕਿ ਤੁਸੀਂ ਜਿਸ ਤਰ੍ਹਾਂ ਸ਼ੂਨਯ ਹੁੰਦੇ ਜਾਓਗੇ ਉਸੇ ਤਰ੍ਹਾਂ ਤੁਸੀਂ ਪ੍ਰਾਰਥਨਾ ਵਿੱਚ ਹੁੰਦੇ ਜਾਓਗੇ। ਤਾਂ ਮੈਂ ਪ੍ਰਾਰਥਨਾ ਦੇ ਵਿਰੋਧ ਵਿੱਚ ਨਹੀਂ ਹਾਂ, ਪ੍ਰਾਰਥਨਾ ਕਰਨ ਦੇ ਵਿਰੋਧ ਵਿੱਚ ਹਾਂ, ਕਿਉਂਕਿ ਕੀਤੀ ਹੋਈ ਪ੍ਰਾਰਥਨਾ ਝੂਠੀ ਹੋਏਗੀ, ਸੱਚ ਨਹੀਂ ਹੋ ਸਕਦੀ। ਕੀਤਾ ਹੋਇਆ ਪ੍ਰੇਮ ਝੂਠਾ ਹੋਏਗਾ, ਉਹ ਵੀ ਸੱਚ ਨਹੀਂ ਹੋ ਸਕਦਾ। ਲੇਕਿਨ ਸਾਡਾ ਸਾਰਾ ਜੀਵਨ ਅਸੱਚ ਹੈ। ਅਸੀਂ ਸਾਰੀਆਂ ਗੱਲਾਂ ਕਰਨ ਲੱਗੇ ਹਾਂ। ਅਸੀਂ ਪ੍ਰਾਰਥਨਾ ਵੀ ਅਸੱਚੀ ਕਰ ਰਹੇ ਹਾਂ ਤੇ ਅਜਿਹੀ ਪ੍ਰਾਰਥਨਾ ਸਿਖਾਈ ਜਾ ਰਹੀ ਹੈ। ਉਹ ਸਾਡੀਆਂ ਕਾਮਨਾਵਾਂ ਦਾ ਹੀ ਰੂਪ ਹੈ, ਸਾਡੀ ਮੰਗ ਦਾ ਰੂਪ ਹੈ।
ਜਾਪਾਨ 'ਚ ਇੱਕ ਬੌਧ ਭਿਕਸ਼ੂ ਸੀ। ਸਭ ਤੋਂ ਪਹਿਲਾਂ ਉਸਨੇ ਹੀ ਚੀਨੀ ਭਾਸ਼ਾ ਵਿੱਚੋਂ ਬੁੱਧ ਦੇ ਵਚਨ ਜਾਪਾਨੀ ਭਾਸ਼ਾ 'ਚ ਅਨੁਵਾਦ ਕੀਤੇ। ਬੜਾ ਕੰਮ ਸੀ, ਵਿਸ਼ਾਲ ਸਾਹਿਤ ਸੀ, ਉਹਦਾ ਅਨੁਵਾਦ ਕਰਨਾ ਸੀ। ਫਕੀਰ ਦੇ ਕੋਲ, ਭਿਕਸ਼ੂ ਦੇ ਕੋਲ ਕੁਝ ਵੀ ਨਹੀਂ ਸੀ। ਉਹ ਪਿੰਡ ਗਿਆ। 10 ਸਾਲ ਉਹਨੇ ਭਿੱਖਿਆ ਮੰਗੀ। ਤਦ ਕਿਤੇ 10,000 ਰੁਪਏ ਇਕੱਠੇ ਹੋਏ ਤੇ ਗ੍ਰੰਥ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਬਣੀ। ਲੇਕਿਨ ਜਿਵੇਂ ਹੀ 10,000 ਰੁਪਏ ਇਕੱਠੇ ਹੋਏ, ਜਿਸ ਖੇਤਰ 'ਚੋਂ ਰਹਿੰਦਾ ਸੀ ਉੱਥੇ ਕਾਲ ਪੈ ਗਿਆ ਤਾਂ ਉਹਨੇ ਸ਼ਾਸਤਰ ਦੇ ਅਨੁਵਾਦ ਦਾ ਕੰਮ ਰੋਕ ਦਿੱਤਾ। ਉਹਨੇ 10,000 ਰੁਪਏ ਕਾਲ ਪੀੜਤਾਂ ਨੂੰ ਦੇ ਦਿੱਤੇ। ਫਿਰ ਭਿੱਖਿਆ ਮੰਗਣੀ ਸ਼ੁਰੂ ਕੀਤੀ। ਫਿਰ 10 ਸਾਲ ਲੱਗ ਗਏ। 10,000 ਰੁਪਏ ਇਕੱਠੇ ਹੋਏ। ਤਦ ਇੱਕ ਭੁਚਾਲ ਆ ਗਿਆ। ਉਹਨੇ ਉਹ 10,000 ਰੁਪਏ ਉਸ ਭੁਚਾਲ ਵਿੱਚ ਦਾਨ ਦੇ ਦਿੱਤੇ। ਫਿਰ ਭਿੱਖਿਆ ਮੰਗਣੀ ਸ਼ੁਰੂ ਕੀਤੀ। ਉਹਨਾਂ ਸ਼ਾਸਤਰਾਂ ਦਾ ਕੰਮ ਫਿਰ ਰੁਕ ਗਿਆ। ਜਦੋਂ ਉਹਨੇ ਭਿੱਖਿਆ ਮੰਗਣੀ ਸ਼ੁਰੂ ਕੀਤੀ ਸੀ ਤਦ ਉਹ 40 ਸਾਲਾਂ ਦਾ ਸੀ ਤੇ ਜਦੋਂ ਤੀਜੀ ਵਾਰ ਭਿੱਖਿਆ ਪੂਰੀ ਹੋਈ ਤਾਂ ਉਹ 70 ਸਾਲਾਂ ਦਾ ਸੀ। ਫਿਰ 10,000 ਰੁਪਏ ਇਕੱਠੇ ਹੋਏ। ਗ੍ਰੰਥਾਂ ਦਾ ਕੰਮ ਸ਼ੁਰੂ ਹੋਇਆ। ਮਰਦੇ ਸਮੇਂ ਕਿਸੇ ਨੇ ਉਹਨੂੰ ਪੁੱਛਿਆ ਕਿ ਕੀ ਇਹਨਾਂ ਗ੍ਰੰਥਾਂ ਦਾ ਇਹ ਪਹਿਲਾ ਸੰਸਕਰਣ ਹੈ? ਤਾਂ ਉਹਨੇ ਕਿਹਾ ਨਹੀਂ, ਇਹ ਤੀਜਾ ਸੰਸਕਰਣ ਹੈ। 2 ਸੰਸਕਰਣ ਪਹਿਲਾਂ ਨਿਕਲ ਚੁੱਕੇ ਹਨ। ਉਹ ਲੋਕ ਹੈਰਾਨ ਹੋਏ। ਉਹਨਾਂ ਨੇ ਕਿਹਾ ਉਹਨੇ ਗ੍ਰੰਥ ਉੱਤੇ ਲਿਖਵਾਇਆ ਵੀ ਕਿ ਤੀਜਾ ਸੰਸਕਰਣ, 3rd ਐਡੀਸ਼ਨ। ਲੋਕਾਂ ਨੇ ਪੁੱਛਿਆ ਕਿ ਇਹ ਕੀ ਹੈ, ਪਹਿਲੇ 2 ਸੰਸਕਰਣ ਕਿੱਥੇ ਹਨ? ਉਹਨੇ ਕਿਹਾ ਇੱਕ ਕਾਲ ਵਿੱਚ ਲੱਗ ਗਿਆ, ਇੱਕ ਭੁਚਾਲ ਵਿੱਚ, ਤੇ ਉਹ 2 ਸੰਸਕਰਣ ਇਹ ਤੀਜੇ ਤੋਂ ਸ੍ਰੇਸ਼ਟ ਸਨ। ਉਹ ਦਿਖਾਈ ਨਹੀਂ ਦਿੰਦੇ। ਉਹ ਸ੍ਰੇਸ਼ਟ ਸੰਸਕਰਣ ਸਨ। ਉਹ ਬਹੁਤ ਡਿਵਾਈਨ ਸਨ, ਬਹੁਤ ਅਲੌਕਿਕ। ਸਾਨੂੰ ਦਿਖਾਈ ਦੇਗਾ ਕਿ ਉਹ ਸੰਸਕਰਣ ਹੋਏ ਨਹੀਂ, ਲੇਕਿਨ ਉਹਨਾਂ ਨੂੰ ਦਿਖਾਈ ਦਿੰਦਾ ਹੈ। ਜੋ ਪ੍ਰਾਰਥਨਾ ਦਿਖਾਈ ਦਿੰਦੀ ਹੈ ਉਹ ਅਸਲੀ ਨਹੀਂ ਹੈ। ਜੋ ਬਹੁਤ ਹਿਰਦੇ ਦੀਆਂ ਦਿਸ਼ਾਵਾਂ 'ਚ ਉਤਪੰਨ ਹੁੰਦੀ ਹੈ ਉਹੀ ਅਸਲੀ ਹੈ। ਯਕੀਨਨ ਨਹੀਂ, ਤੀਜਾ ਸੰਸਕਰਣ ਕਿਸੇ ਕੀਮਤ ਦਾ ਨਹੀਂ ਹੈ। ਅਸਲੀ ਸੰਸਕਰਣ ਉਹ 2 ਸਨ। ਲੇਕਿਨ ਜੇ ਉਹ ਅੰਨਾ ਪੰਡਿਤ ਹੁੰਦਾ ਤਾਂ ਉਹ 10,000 ਰੁਪਏ ਦਾ ਪਹਿਲਾ ਸੰਸਕਰਣ ਕੱਢਦਾ ਤੇ ਮੰਨਦਾ ਕਿ ਠੀਕ ਹੈ, ਦੂਜੇ ਦਾ ਵੀ ਕੱਢਦਾ, ਮੰਨਦਾ ਇਹੋ ਠੀਕ ਹੈ। ਲੇਕਿਨ ਉਹਦੇ ਕੋਲ ਅੰਤਰ ਦ੍ਰਿਸ਼ਟੀ ਸੀ, ਪ੍ਰੇਮ ਸੀ। ਉਹਨੂੰ ਪਤਾ ਸੀ ਕਿ ਪ੍ਰਾਰਥਨਾ ਕੀ ਹੈ। ਤੇ ਜੋ ਅਸੀਂ ਅਕਸਰ ਪ੍ਰਾਰਥਨਾ ਤੇ ਪੂਜਾ ਸਮਝਦੇ ਹਾਂ, ਇਸ ਵਿੱਚ ਵੱਡਾ ਤੁੱਖ ਹੈ। ਤੁਹਾਡਾ ਮਨ ਤਾਂ ਨਹੀਂ ਬਦਲਦਾ। ਕੁਝ ਗੱਲਾਂ ਤੁਸੀਂ ਦੁਹਰਾ ਕੇ ਨਿਪਟ ਜਾਂਦੇ ਹੋ। ਇੱਕ ਕੰਮ ਨੂੰ ਪੂਰਾ ਕਰ ਲੈਂਦੇ ਹੋ, ਇੱਕ ਰੂਟੀਨ ਪੂਰੀ ਕਰ ਲੈਂਦੇ ਹੋ। ਫਿਰ ਰੋਜ਼ ਉਹਨੂੰ ਦੁਹਰਾਉਂਦੇ ਰਹਿੰਦੇ ਹੋ ਤੇ ਸਮਝਦੇ ਹੋ ਕਿ ਪ੍ਰਾਰਥਨਾ ਕਰ ਰਹੇ ਹੋ। ਪ੍ਰਾਰਥਨਾ ਬੜੀ ਕ੍ਰਾਂਤੀ ਹੈ। ਪ੍ਰਾਰਥਨਾ ਅਮੁੱਲ ਜੀਵਨ ਪਰਿਵਰਤਨ ਹੈ, ਵੱਡਾ ਟਰਾਂਸਫੋਰਮੇਸ਼ਨ ਹੈ। ਤੁਹਾਡਾ ਪੂਰਾ ਮਨ ਪਰਿਵਰਤਿਤ ਹੋਏਗਾ ਤਾਂ ਤੁਸੀਂ ਪ੍ਰਾਰਥਨਾ 'ਚ ਹੋ ਸਕੋਗੇ। ਤੇ ਫਿਰ ਅਜਿਹਾ ਨਾ ਸਮਝੋ ਕਿ ਜੋ ਆਦਮੀ ਪ੍ਰਾਰਥਨਾ 'ਚ ਹੋ ਗਿਆ ਉਹ ਪ੍ਰਾਰਥਨਾ ਦੇ ਬਾਹਰ ਹੋ ਸਕੇਗਾ। ਬਾਹਰ ਨਹੀਂ ਹੋ ਸਕਦਾ, ਕਿਉਂਕਿ ਜੇ ਪ੍ਰਾਰਥਨਾ ਕਰਦੇ ਹੋ ਤਾਂ ਕਰੋਗੇ ਤਾਂ ਪ੍ਰਾਰਥਨਾ ਸੰਬੰਧ ਹੋ ਜਾਏਗਾ, ਨਹੀਂ ਕਰੋਗੇ ਤਾਂ ਪ੍ਰਾਰਥਨਾ ਦੇ ਬਾਹਰ ਹੋ ਜਾਵਾਂਗੇ। ਲੇਕਿਨ ਜੋ ਮਨੁੱਖ ਪ੍ਰਾਰਥਨਾ ਵਿੱਚ ਦਾਖਲ ਹੋ ਜਾਂਦਾ ਹੈ, ਐਕਸ਼ਨ ਦੀ ਤਰ੍ਹਾਂ ਨਹੀਂ, ਬੀਇੰਗ ਦੀ ਤਰ੍ਹਾਂ, ਕੰਮ ਦੀ ਤਰ੍ਹਾਂ ਨਹੀਂ, ਸੱਤਾ ਦੀ ਤਰ੍ਹਾਂ, ਫਿਰ ਉਹ ਪ੍ਰਾਰਥਨਾ ਦੇ ਬਾਹਰ ਨਹੀਂ ਹੋ ਸਕਦਾ। ਉਹ 24 ਘੰਟੇ ਪ੍ਰਾਰਥਨਾ 'ਚ ਜਿਉਂਦਾ ਹੈ। ਉਹਦੀ ਹਰੇਕ ਕਿਰਿਆ ਪ੍ਰਾਰਥਨਾ ਹੋ ਜਾਂਦੀ ਹੈ। ਉਹਦਾ ਉੱਠਣਾ ਬੈਠਣਾ, ਉਹਦਾ ਚੱਲਣਾ, ਉਹਦਾ ਬੋਲਣਾ ਸਭ ਪ੍ਰਾਰਥਨਾ ਹੋ ਜਾਂਦਾ ਹੈ। ਪ੍ਰਾਰਥਨਾ ਦੇ ਅੰਦਰ ਜਾ ਕੇ ਕੋਈ ਪ੍ਰਾਰਥਨਾ ਤੋਂ ਬਾਹਰ ਨਹੀਂ ਹੋ ਸਕਦਾ। ਮੰਦਰ ਦੇ ਅੰਦਰ ਜਾ ਕੇ ਕੋਈ ਮੰਦਰ ਦੇ ਬਾਹਰ ਨਹੀਂ ਹੋ ਸਕਦਾ ਜੇ ਸਹੀ ਮੰਦਰ ਦੇ ਅੰਦਰ ਗਿਆ ਹੋਵੇ, ਕਿਉਂਕਿ ਫਿਰ ਉਹ ਜਿੱਥੇ ਹੋਏਗਾ ਉੱਥੇ ਮੰਦਰ ਹੋਏਗਾ। ਉਹ ਜੋ ਕਰੇਗਾ ਉਹੀ ਪ੍ਰਾਰਥਨਾ ਹੋਏਗੀ। ਉਹ ਜੋ ਵੀ ਉਹਦੇ ਜੀਵਨ 'ਚ ਹੋਏਗਾ ਸਭ ਪ੍ਰਾਰਥਨਾ ਪੂਰਨ ਹੋਵੇਗਾ, ਪ੍ਰੇਅਰਫੁਲ ਹੋਏਗਾ। ਤਾਂ ਉਸਦੀ ਉਸੇ ਪ੍ਰਾਰਥਨਾ ਦੀ, ਉਸੇ ਪ੍ਰੇਮ ਦੀ ਮੈਂ ਗੱਲ ਕਰ ਰਿਹਾ। ਤੇ ਜੋ ਚੱਲਦੀਆਂ ਹੋਈਆਂ ਪ੍ਰਾਰਥਨਾਵਾਂ ਹਨ, ਯਕੀਨਨ ਹੀ ਮੈਂ ਉਹਨਾਂ ਦੇ ਵਿਰੋਧ ਵਿੱਚ ਹਾਂ, ਕਿਉਂਕਿ ਮੈਂ ਪ੍ਰਾਰਥਨਾ ਦੇ ਪੱਖ ਵਿੱਚ ਹਾਂ, ਮੈਂ ਧਰਮ ਦੇ ਪੱਖ ਵਿੱਚ ਹਾਂ। ਇਸ ਲਈ ਸਾਰੇ ਤਥਾ ਕਥਿਤ ਧਰਮ ਦੇ ਵਿਰੋਧ ਵਿੱਚ ਹਾਂ। ਮੈਂ ਚਾਹੁੰਦਾ ਕਿ ਜਗਤ ਵਿੱਚ ਪ੍ਰਾਰਥਨਾ ਹੋਵੇ। ਇਸ ਲਈ ਪ੍ਰਾਰਥਨਾ ਦੇ ਨਾਮ ਨਾਲ ਚੱਲਣ ਵਾਲੇ ਜਿੰਨੇ ਥੋਥੇ ਬਾਹਰੀ ਅਡੰਬਰ ਹਨ, ਚਾਹੁੰਦਾ ਹਾਂ ਕਿ ਉਹ ਖਤਮ ਹੋ ਜਾਣ ਤਾਂ ਕਿ ਪ੍ਰਾਰਥਨਾ ਦਾ ਜਨਮ ਹੋ ਸਕੇ। ਇਹ ਸਭ ਕੁਝ ਪ੍ਰਾਰਥਨਾ ਨਹੀਂ ਹੈ। ਪ੍ਰਾਰਥਨਾ ਬਹੁਤ, ਮੇਰੀ ਗੱਲ ਤੁਸੀਂ ਸਮਝੇ, ਪ੍ਰਾਰਥਨਾ ਬੜੀ ਅੰਦਰੂਨੀ ਮਨੋਦਸ਼ਾ ਹੈ
ਤੇ ਜਦੋਂ ਹੋਵੇ ਤਾਂ ਜੀਵਨ ਵਿੱਚ ਦ੍ਰਿਸ਼ਟੀਕੋਣ ਬੜਾ ਦੂਜਾ ਹੋਏਗਾ, ਬਹੁਤ ਦੂਜਾ ਹੋਏਗਾ। ਤੇ ਜੇ ਉਹ ਨਾ ਹੋਵੇ ਤਾਂ ਲੋਭੀ ਕਾਮੀ ਸਾਰੇ ਪ੍ਰਾਰਥਨਾ ਕਰਦੇ ਦਿਖਾਈ ਦੇਣਗੇ, ਆਪਣੇ ਲੋਭ ਲਈ, ਆਪਣੀ ਕਾਮਨਾ ਲਈ, ਇੱਛਾਵਾਂ ਦੀ ਪੂਰਤੀ ਲਈ ਪ੍ਰਾਰਥਨਾ ਕਰਨਗੇ ਕਿ ਪਰਮਾਤਮਾ ਪ੍ਰਸੰਨ ਹੋ ਜਾਏ, ਅਸੀਂ ਜੋ ਚਾਹੁੰਦੇ ਹਾਂ ਉਹ ਮਿਲ ਜਾਏ। ਉਹਨਾਂ ਨੂੰ ਪਰਮਾਤਮਾ ਨਾਲ ਕੋਈ ਮਤਲਬ ਨਹੀਂ ਹੈ, ਉਹਨਾਂ ਦੀ ਜੋ ਮੰਗ ਹੈ ਉਸ ਨਾਲ ਉਹਨਾਂ ਨੂੰ ਮਤਲਬ ਹੈ। ਜੇ ਉਹ ਮਿਲ ਜਾਏਗੀ ਤਾਂ ਉਹ ਮੰਨਣਗੇ ਕਿ ਪਰਮਾਤਮਾ ਹੈ, ਜੇ ਉਹ ਨਹੀਂ ਮਿਲੇਗੀ ਤਾਂ ਉਹ ਕਹਿਣਗੇ ਸਾਨੂੰ ਪਰਮਾਤਮਾ ਉੱਤੇ ਸ਼ੱਕ ਹੈ, ਪਤਾ ਨਹੀਂ ਪਰਮਾਤਮਾ ਹੈ ਜਾਂ ਨਹੀਂ। ਜੇ 10 ਵਾਰ ਮੰਗਣ ਤੇ ਵੀ ਪ੍ਰਾਰਥਨਾ ਪੂਰੀ ਨਾ ਹੋਈ ਤਾਂ ਫਿਰ ਉਹਨਾਂ ਨੂੰ ਪ੍ਰਾਰਥਨਾ ਉੱਪਰ ਸੰਦੇਹ ਹੋ ਜਾਏਗਾ, ਯਾਨੀ ਉਹਨਾਂ ਲਈ ਪਰਮਾਤਮਾ ਜੋ ਹੈ ਉਹਨਾਂ ਵਸਤਾਂ ਤੋਂ ਘੱਟ ਮੁੱਲ ਦੀ ਹੈ ਜਿਨ੍ਹਾਂ ਨੂੰ ਉਹ ਮੰਗ ਰਹੇ ਹਨ। ਮੇਰੇ ਕੋਲ ਲੋਕ ਆਉਂਦੇ ਹਨ, ਉਹ ਕਹਿੰਦੇ ਹਨ ਪ੍ਰਾਰਥਨਾ ਤਾਂ ਬੜੀ ਸੱਚ ਹੈ, ਕਿਉਂਕਿ ਅਸੀਂ ਨੌਕਰੀ ਵਿੱਚ ਨਹੀਂ ਸੀ, ਅਸੀਂ ਪ੍ਰਾਰਥਨਾ ਕੀਤੀ ਤੇ ਨੌਕਰੀ ਮਿਲ ਗਈ। ਕੋਈ ਮੈਨੂੰ ਕਹਿੰਦਾ ਪ੍ਰਾਰਥਨਾ ਤਾਂ ਬੜੀ ਸੱਚ ਹੈ, ਅਸੀਂ ਬੜੀ ਮੁਸੀਬਤ ਵਿੱਚ ਸੀ, ਪ੍ਰਾਰਥਨਾ ਕੀਤੀ ਤੇ ਮੁਸੀਬਤ 'ਚੋਂ ਬਾਹਰ ਨਿਕਲ ਆਏ। ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਸੋਚ ਸਕਦੇ ਹੋ ਜੋ ਲੋਕ ਮੁਸੀਬਤ 'ਚ ਹੁੰਦੇ ਹਨ ਤੇ ਪ੍ਰਾਰਥਨਾ ਨਹੀਂ ਕਰਦੇ, ਉਹ ਕਦੀ ਮੁਸੀਬਤ 'ਚੋਂ ਬਾਹਰ ਨਹੀਂ ਨਿਕਲਦੇ? ਕੀ ਤੁਸੀਂ ਸੋਚਦੇ ਹੋ ਜੋ ਲੋਕ ਪ੍ਰਾਰਥਨਾ ਨਹੀਂ ਕਰਦੇ ਤੇ ਨੌਕਰੀ 'ਚ ਨਹੀਂ ਹੁੰਦੇ ਕਿ ਉਹਨਾਂ ਨੂੰ ਕਦੀ ਨੌਕਰੀ ਨਹੀਂ ਮਿਲਦੀ? ਕੀ ਤੁਸੀਂ ਸੋਚਦੇ ਹੋ ਕਿ ਨਾਸਤਿਕ ਮੁਲਕ ਹਨ ਜਿੱਥੇ ਕੋਈ ਪ੍ਰਾਰਥਨਾ ਨਹੀਂ ਹੁੰਦੀ, ਉੱਥੇ ਸਭ ਲੋਕ ਨੌਕਰੀ ਦੇ ਬਾਹਰ ਹਨ ਤੇ ਸਾਰੇ ਲੋਕ ਮੁਸੀਬਤ ਵਿੱਚ ਹਨ? ਨਹੀਂ, ਲੇਕਿਨ ਅਸੀਂ ਪ੍ਰਾਰਥਨਾ ਨਾਲ ਸੰਬੰਧ ਜੋੜ ਲੈਂਦੇ ਹਾਂ। ਸਾਡੇ ਲਈ ਪ੍ਰਾਰਥਨਾ ਦਾ ਨਾ ਕੋਈ ਮੁੱਲ ਹੈ, ਨਾ ਪਰਮਾਤਮਾ ਦਾ। ਸਾਡੇ ਲਈ ਤਾਂ ਸਾਡੀ ਕਾਮਨਾ ਪੂਰੀ ਹੋ ਜਾਏ ਤਾਂ ਮੁੱਲ ਹੈ। ਕਿਸੇ ਨੂੰ ਇੱਕ ਬੱਚਾ ਪੈਦਾ ਹੋ ਜਾਏ, ਉਹ ਪਰਮਾਤਮਾ ਤੋਂ ਜ਼ਿਆਦਾ ਮੁੱਲਵਾਨ ਹੈ, ਕਿਉਂਕਿ ਉਹਨੇ ਪ੍ਰਾਰਥਨਾ ਕੀਤੀ ਸੀ ਅਤੇ ਬੱਚਾ ਹੋਇਆ। ਇਸ ਲਈ ਪਰਮਾਤਮਾ ਹੈ। ਇਹ ਸਾਡੀ ਦਲੀਲ ਹੈ, ਇਹ ਸਾਡੇ ਸੋਚਣ ਦਾ ਢੰਗ ਹੈ। ਸਾਡੇ ਲਈ ਛੋਟੀਆਂ ਚੀਜ਼ਾਂ ਮੁੱਲਵਾਨ ਹਨ, ਸਾਡੇ ਲਈ ਛੋਟੀਆਂ ਚੀਜ਼ਾਂ ਮੁੱਲਵਾਨ ਹਨ ਤੇ ਅਸੀਂ ਉਹਨਾਂ ਛੋਟੀਆਂ ਚੀਜ਼ਾਂ ਨੂੰ ਮੰਗ ਕੇ ਸੋਚਦੇ ਹਾਂ ਕਿ ਕੁਝ ਹੋਏਗਾ। ਅਸਲ 'ਚ ਜਿੱਥੇ ਵੀ ਮੰਗ ਹੈ ਉੱਥੇ ਕਿਸੇ ਨਾ ਕਿਸੇ ਨੇ ਛੋਟੀ ਗੱਲ ਕੀਤੀ ਹੋਏਗੀ। ਅਜਿਹੇ ਲੋਕ ਹੋਏ ਹਨ ਜੋ ਕਹਿਣਗੇ ਪ੍ਰਾਰਥਨਾ ਵਿੱਚ ਵਸਤਾਂ ਨਾ ਮੰਗੋ, ਸੋਨਾ ਮੰਗੋ। ਇਹ ਵੀ ਸਾਰੀਆਂ ਕਾਮਨਾਵਾਂ ਹਨ, ਇਹ ਵੀ ਸਭ ਵਾਸਨਾਵਾਂ ਹਨ, ਇਹ ਵੀ ਸਭ ਡਿਜ਼ਾਇਰਸ ਹਨ। ਉਹ ਬਹੁਤ ਲੋਭ ਦਾ ਡੂੰਘਾ ਅੰਗ ਹੈ। ਇੱਕ ਆਦਮੀ ਹੈ ਜੋ ਜਾ ਕੇ ਕਹਿੰਦਾ ਮੈਨੂੰ ਬੱਚਾ ਚਾਹੀਦਾ ਹੈ। ਇੱਕ ਸੰਨਿਆਸੀ ਕਹੇਗਾ ਕਿ ਇਹ ਕੀ ਛੋਟੀ ਮੰਗ ਮੰਗਦੇ ਹੋ, ਜੇ ਪਰਮਾਤਮਾ ਤੋਂ ਮੰਗਣਾ ਹੀ ਹੈ ਤੇ ਮੰਗੋ, ਸਾਨੂੰ ਆਨੰਦ ਚਾਹੀਦਾ ਹੈ। ਮੇਰੀ ਨਜ਼ਰ 'ਚ ਬੱਚੇ ਨੂੰ ਮੰਗਣ ਵਾਲਾ ਘੱਟ ਲੋਭੀ ਹੈ, ਆਨੰਦ ਨੂੰ ਮੰਗਣ ਵਾਲਾ ਜ਼ਿਆਦਾ ਲੋਭੀ ਹੈ। ਉਹਦੀ ਗਰੀਡ, ਉਹਦਾ ਲੋਭ ਬਹੁਤ ਜ਼ਿਆਦਾ ਹੈ। ਲੇਕਿਨ ਇਹ ਸਮਝਾ ਰਿਹਾ ਕਿ ਤੁਸੀਂ ਕੀ ਮੰਗਦੇ ਹੋ ਭਾਈ, ਨਿੱਕੀਆਂ ਗੱਲਾਂ ਦਾ ਕੀ ਮੰਗਣਾ ਹੋਇਆ। ਅਸਲ 'ਚ ਮੰਗਣਾ ਹੀ ਘਟੀਆ ਗੱਲ ਹੈ। ਤੁਸੀਂ ਜੋ ਵੀ ਮੰਗੋਗੇ, ਮੰਗਣ ਦੀ ਬਿਰਤੀ ਹੀ ਘਟੀਆ ਹੈ। ਫਿਰ ਤੁਸੀਂ ਕੁਝ ਵੀ ਮੰਗੋ, ਜੋ ਵੀ ਮੰਗੋਗੇ ਉਹ ਕਾਮਨਾ ਹੋਏਗੀ, ਘੱਟ ਲੋਭ ਦੀ ਹੋਏਗੀ ਜਾਂ ਜ਼ਿਆਦਾ ਲੋਭ ਦੀ ਹੋਏਗੀ। ਇਹ ਸਵਾਲ ਨਹੀਂ। ਪ੍ਰਾਰਥਨਾ ਵਿੱਚ ਮੰਗ ਨਹੀਂ ਹੋਣੀ ਚਾਹੀਦੀ। ਪ੍ਰੇਮ ਮੰਗਦਾ ਨਹੀਂ, ਦਿੰਦਾ ਹੈ। ਜਿੱਥੇ ਪ੍ਰੇਮ ਹੈ ਉੱਥੇ ਮੰਗ ਨਹੀਂ ਹੁੰਦੀ, ਉੱਥੇ ਦਾਨ ਹੁੰਦਾ ਹੈ, ਦੇਣਾ ਹੁੰਦਾ ਹੈ। ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਮੰਗ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਅਸੀਂ ਕੁਝ ਸ਼ੋਸ਼ਣ ਕਰਨਾ ਚਾਹੁੰਦੇ ਹਾਂ, ਪ੍ਰਾਰਥਨਾ ਦੇ ਨਾਂ 'ਤੇ ਪਰਮਾਤਮਾ ਦਾ ਸ਼ੋਸ਼ਣ ਕਰਨਾ ਚਾਹੁੰਦੇ ਹਾਂ। ਇਹ ਮਿਲ ਜਾਏ, ਉਹ ਮਿਲ ਜਾਏ, ਇਹ ਸਾਡੀ ਇੱਛਾ ਹੈ। ਸਾਡੀਆਂ ਇੱਛਾਵਾਂ ਪੂਰੀਆਂ ਕਰੇ, ਪਰਮਾਤਮਾ ਸਾਡਾ ਸੇਵਕ ਹੋ ਜਾਏ। ਅਸੀਂ ਜੋ ਚਾਹੁੰਦੇ ਉਹ ਸਾਡਾ ਕੰਮ ਕਰਦਾ ਰਹੇ। ਜੇ ਕਰਦਾ ਰਹੇ ਤਾਂ ਬਹੁਤ ਉੱਚਾ ਪਰਮਾਤਮਾ ਹੈ, ਦਿਆਲੂ ਹੈ, ਪਰਮ ਕਿਰਪਾਲੂ ਹੈ, ਪਤਿਤ ਪਾਵਨ ਹੈ, ਜ਼ਮਾਨੇ ਭਰ ਦੀ ਪ੍ਰਸ਼ੰਸਾ ਦੇ ਤਮਗੇ ਉਹਨੂੰ ਦੇਵਾਂਗੇ। ਬਸ ਉਹ ਸਾਡੇ ਕੰਮ ਕਰਦਾ ਰਹੇ। ਇਹ ਸਾਰੀਆਂ ਗੱਲਾਂ ਪ੍ਰਾਰਥਨਾਵਾਂ ਨਹੀਂ ਹਨ। ਪ੍ਰਾਰਥਨਾ ਤਾਂ ਮਨ ਦੀ, ਪ੍ਰੇਮ ਦੀ ਡੂੰਘੀ ਦਸ਼ਾ ਹੈ ਤੇ ਪ੍ਰੇਮ ਨੂੰ ਸਮਝਣਾ ਪਏਗਾ, ਤਦ ਹੀ ਅਸੀਂ ਪ੍ਰਾਰਥਨਾ ਨੂੰ ਸਮਝ ਸਕਦੇ ਹਾਂ। ਪ੍ਰੇਮ ਕੀ ਹੈ? ਆਮ ਤੌਰ 'ਤੇ ਅਸੀਂ ਸੋਚਦੇ ਹਾਂ ਜਿਹਨੂੰ ਅਸੀਂ ਪ੍ਰੇਮ ਕਹਿੰਦੇ ਹਾਂ ਉਹ ਪ੍ਰੇਮ ਹੈ, ਉਹ ਪ੍ਰੇਮ ਨਹੀਂ ਹੈ। ਆਮ ਤੌਰ 'ਤੇ ਪ੍ਰੇਮ ਦੇ ਨਾਂ 'ਤੇ ਅਸੀਂ ਦੂਜੇ ਆਦਮੀ 'ਚ ਆਪਣੇ ਆਪ ਨੂੰ ਭੁਲਾਉਣ ਦਾ ਉਪਾਅ ਕਰਦੇ ਹਾਂ। ਕਿਸੇ 'ਚ ਅਸੀਂ ਆਪਣੇ ਆਪ ਨੂੰ ਭੁਲਾ ਦਈਏ, ਭੁਲਾ ਸਕੀਏ, ਉਹਦੇ ਸੌਂਦਰਯ ਵਿੱਚ, ਉਹਦੇ ਸਰੀਰ ਵਿੱਚ, ਉਹਦੇ ਵਿਅਕਤਿਤਵ ਵਿੱਚ ਤੇ ਕਈ ਕਾਰਨਾਂ ਵਿੱਚ, ਤਾਂ ਸਾਨੂੰ ਲੱਗਦਾ ਹੈ ਕਿ ਸਾਡਾ ਬੜਾ ਪ੍ਰੇਮ ਹੈ। ਅਸੀਂ ਆਪਣੇ ਆਪ ਨੂੰ ਕਿਸੇ ਵਿਅਕਤੀ 'ਚ ਭੁਲਾਉਣ ਵਿੱਚ ਜਦੋਂ ਸਮਰੱਥ ਹੋ ਜਾਂਦੇ ਹਾਂ, ਉਹ ਵਿਅਕਤੀ ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਉਹ ਸੁਰੱਖਿਅਤ ਰਹੇ, ਨਸ਼ਟ ਨਾ ਹੋ ਜਾਏ, ਮਰ ਨਾ ਜਾਏ।
ਜੇ ਤੁਹਾਡਾ ਕੋਈ ਪ੍ਰੇਮੀ ਮਰ ਜਾਂਦਾ ਹੈ ਤਾਂ ਤੁਹਾਨੂੰ ਜੋ ਦੁੱਖ ਹੁੰਦਾ ਹੈ, ਇਸ ਖਿਆਲ 'ਚ ਨਾ ਰਹਿਣਾ ਕਿ ਉਹਦੇ ਮਰਨ ਨਾਲ ਹੁੰਦਾ ਹੈ। ਉਹ ਦੁੱਖ ਇਸ ਲਈ ਹੁੰਦਾ ਹੈ ਕਿ ਤੁਸੀਂ ਉਸ ਵਿੱਚ ਆਪਣੇ ਆਪ ਨੂੰ ਭੁੱਲਿਆ ਰੱਖਦੇ ਸੀ। ਹੁਣ ਕੀ ਕਰੋਗੇ? ਹੁਣ ਤੁਸੀਂ ਕਿਸੇ ਵਿੱਚ ਭੁੱਲ ਨਹੀਂ ਸਕੋਗੇ ਆਪਣੇ ਆਪ ਨੂੰ। ਹੁਣ ਤੁਸੀਂ ਘਬਰਾ ਗਏ, ਤੁਹਾਡੀ ਇੱਕ ਐਸਕੇਪ ਗੁੰਮ ਗਈ। ਤੁਹਾਡੀ ਇੱਕ ਪਲਾਇਨ ਦੀ ਥਾਂ ਸੀ, ਇੱਕ ਵਿਅਕਤੀ ਸੀ ਜਿਸ 'ਚ ਤੁਸੀਂ ਆਪਣੇ ਆਪ ਨੂੰ ਡੁਬੋਂਦੇ ਸੀ, ਭੁਲਾਉਂਦੇ ਸੀ। ਉਹ ਹੁਣ ਖਤਮ ਹੋ ਗਿਆ। ਹੁਣ ਤੁਸੀਂ ਕੀ ਕਰੋਗੇ? ਪ੍ਰੇਮੀ ਜੋ ਆਤਮ ਹੱਤਿਆ ਕਰ ਲੈਂਦੇ ਹਨ ਪ੍ਰੇਮੀਆਂ ਦੇ ਮਰਨ 'ਤੇ, ਉਹ ਇਸੇ ਲਈ ਕਿ ਹੁਣ ਉਹਨਾਂ ਨੂੰ ਜੀਵਨ 'ਚ ਕੋਈ ਅਰਥ ਦਿਖਾਈ ਨਹੀਂ ਦਿੰਦਾ, ਕਿਉਂਕਿ ਜਿਸ ਵਿੱਚ ਭੁੱਲਦੇ ਸਨ ਉਹ ਉਹਨਾਂ ਦਾ ਜੀਵਨ ਸੀ। ਇਹ ਕੋਈ ਪ੍ਰੇਮ ਨਹੀਂ ਹੈ, ਇਹ ਸਭ ਮੂਰਛਾਵਾਂ ਹਨ, ਇਹ ਸਭ ਚੇਸ਼ਟਾਵਾਂ ਹਨ ਆਪਣੇ ਆਪ ਨੂੰ ਕਿਸੇ ਵਿੱਚ ਭੁਲਾਉਣ ਦੀਆਂ। ਤੇ ਇਹੋ ਵਜ੍ਹਾ ਹੈ ਕਿ ਜਿਸ ਵਿਅਕਤੀ ਨੂੰ ਅੱਜ ਅਸੀਂ ਪ੍ਰੇਮ ਕਰਦੇ ਹਾਂ, 4-6 ਮਹੀਨੇ ਮਗਰੋਂ ਪਤਾ ਲੱਗੇਗਾ ਕਿ ਉਸ ਨਾਲ ਤੁਹਾਡਾ ਪ੍ਰੇਮ ਨਹੀਂ ਜੁੜ ਰਿਹਾ, ਕਿਸੇ ਹੋਰ ਵੱਲ ਤੁਹਾਡੀ ਨਜ਼ਰ ਚਲੀ ਗਈ ਹੈ, ਕਿਉਂਕਿ ਜਿਸ ਦੇ ਤੁਸੀਂ ਆਦੀ ਹੋ ਜਾਂਦੇ ਹੋ ਉਸ ਵਿੱਚ ਆਪਣੇ ਆਪ ਨੂੰ ਭੁਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਤੁਸੀਂ ਦੂਜੇ ਵਿਅਕਤੀ ਨੂੰ ਭਾਲਦੇ ਹੋ, ਦੂਜੇ ਦੇ ਨਾਲ ਵੀ ਇਹੋ ਹੋਏਗਾ, ਤੀਜੇ ਨੂੰ ਭਾਲੋਗੇ, ਤੀਜੇ ਦੇ ਨਾਲ ਵੀ ਇਹੋ ਹੋਏਗਾ, ਚੌਥੇ ਨੂੰ ਭਾਲੋਗੇ। ਜਿਸ ਨੂੰ ਤੁਸੀਂ ਆਪਣੇ ਆਪ ਨੂੰ ਭੁਲਾਉਣ ਵਾਸਤੇ ਖੋਜੋਗੇ, ਥੋੜ੍ਹੇ ਦਿਨ ਤਰਕੀਬ ਕੰਮ ਕਰੇਗੀ, ਨਵੀਂ ਫਿਰ ਉਹ ਤਰਕੀਬ ਕੰਮ ਨਹੀਂ ਕਰੇਗੀ, ਤੁਸੀਂ ਆਦੀ ਹੋ ਜਾਓਗੇ, ਤੁਸੀਂ ਜਾਣੂ ਹੋ ਜਾਓਗੇ। ਇਹ ਸਭ ਪ੍ਰੇਮ ਨਹੀਂ ਹੈ। ਤੇ ਇਸ ਸਾਰੇ ਪ੍ਰੇਮ 'ਚ ਅਸੀਂ ਅਧਿਕਾਰ ਕਰਨਾ ਚਾਹੁੰਦੇ ਹਾਂ ਉਸ ਵਿਅਕਤੀ ਉੱਤੇ ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ। ਸਾਰਾ ਪ੍ਰੇਮ ਪ੍ਰੇਜ਼ ਕਰਨਾ ਚਾਹੁੰਦਾ ਹੈ, ਪੋਜ਼ੈਸ ਕਰਨਾ ਚਾਹੁੰਦਾ ਹੈ। ਅਸੀਂ ਮਾਲਕ ਹੋ ਜਾਣਾ ਚਾਹੁੰਦੇ ਹਾਂ ਉਹਦੇ ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ। ਕਿਉਂ? ਕਿਉਂਕਿ ਸਾਨੂੰ ਡਰ ਹੈ ਕਿ ਕਿਤੇ ਉਹ ਖਿਸਕ ਨਾ ਜਾਏ, ਕਿਤੇ ਉਹ ਕਿਸੇ ਹੋਰ ਦੇ ਪ੍ਰੇਮ ਦੇ ਚੱਕਰ 'ਚ ਨਾ ਪੈ ਜਾਏ। ਨਹੀਂ ਤਾਂ ਸਾਡਾ ਕੀ ਹੋਏਗਾ? ਅਸੀਂ ਕੀ ਕਰਾਂਗੇ? ਸਾਨੂੰ ਆਪਣੇ ਵਿੱਚ ਤਾਂ ਕੋਈ ਸੁੱਖ ਨਜ਼ਰ ਨਹੀਂ ਆਉਂਦਾ, ਦੂਜੇ ਵਿਅਕਤੀ ਤੋਂ ਮੰਗਦੇ ਹਾਂ ਕਿ ਸਾਨੂੰ ਸੁੱਖ ਦਿਓ। ਸਾਰੇ ਪ੍ਰੇਮੀ ਇੱਕ ਦੂਜੇ ਤੋਂ ਸੁੱਖ ਮੰਗਦੇ ਹਨ। ਮੈਨੂੰ ਲੱਗਦਾ ਹੈ ਇਹ ਇੰਝ ਹੀ ਹੈ ਕਿ ਇੱਕ ਦੁਨੀਆ ਹੋਵੇ ਜਿਸ ਵਿੱਚ ਸਾਰੇ ਭੀਖ ਮੰਗਣ ਵਾਲੇ ਹੋਣ ਤੇ ਹਰ ਕੋਈ ਆਪਣੇ ਭਿੱਖਿਆ ਵਾਲਾ ਕਾਸਾ ਲਈ ਖੜਾ ਹੋਇਆ ਹੈ। ਇਸ ਜ਼ਮੀਨ ਤੇ ਇੱਕ ਪ੍ਰੇਮੀ ਦੂਸਰੇ ਤੋਂ ਮੰਗਦਾ ਹੈ, ਮੈਨੂੰ ਆਨੰਦ ਦੇ ਦਿਓ। ਇਹਨੂੰ ਸੋਚਦਾ ਹੀ ਨਹੀਂ ਕਿ ਉਹਦੇ ਕੋਲ ਆਨੰਦ ਜੇ ਹੁੰਦਾ ਤਾਂ ਉਹ ਤੁਹਾਡੇ ਕੋਲ ਭੀਖ ਦਾ ਕਾਸਾ ਲੈ ਕੇ ਖੁਦ ਹੀ ਕਿਉਂ ਆਉਂਦਾ। ਜਿਸ ਦੇ ਕੋਲ ਆਨੰਦ ਹੈ ਉਹ ਕਿਸੇ ਤੋਂ ਆਨੰਦ ਨਹੀਂ ਮੰਗੇਗਾ। ਜੇ ਤੁਸੀਂ ਕਿਸੇ ਤੋਂ ਵੀ ਆਨੰਦ ਮੰਗ ਰਹੇ ਹੋ, ਤੁਹਾਡੇ ਕੋਲ ਆਨੰਦ ਨਹੀਂ ਹੈ। ਜਿਸ ਤੋਂ ਤੁਸੀਂ ਮੰਗ ਰਹੇ ਹੋ ਉਹ ਵੀ ਤੁਹਾਡੇ ਕੋਲ ਮੰਗਣ ਆਇਆ ਹੋਇਆ ਹੈ। ਦੋਵੇਂ ਇਸ ਭਰਮ 'ਚ ਹਨ ਕਿ ਦੂਜੇ ਕੋਲੋਂ ਸਾਨੂੰ ਮਿਲੇਗਾ। ਇਸ ਲਈ ਪ੍ਰੇਮ ਵਿੱਚ ਫਰਸਟ੍ਰੇਸ਼ਨ ਪੈਦਾ ਹੁੰਦੀ ਹੈ, ਪ੍ਰੇਮ 'ਚ ਮੁਸ਼ਕਿਲ ਪੈਦਾ ਹੁੰਦੀ ਹੈ, ਅਸਫਲਤਾ ਪੈਦਾ ਹੁੰਦੀ ਹੈ। ਥੋੜ੍ਹੇ ਦਿਨਾਂ 'ਚ ਪਤਾ ਲੱਗਦਾ ਹੈ ਕਿ ਪ੍ਰੇਮੀ ਸਾਨੂੰ ਪ੍ਰੇਮ ਨਹੀਂ ਦੇ ਰਿਹਾ, ਦੇਵੇਗਾ ਕਿਵੇਂ? ਪ੍ਰੇਮ ਤਾਂ ਆਨੰਦ ਦਾ ਵਹਾਅ ਹੈ। ਜਿਹਦੇ ਅੰਦਰ ਆਨੰਦ ਹੋਏਗਾ ਸਿਰਫ ਉਹ ਪ੍ਰੇਮ ਦੇ ਸਕਦਾ ਹੈ। ਤਾਂ ਯਾਦ ਰੱਖੋ, ਜੇ ਤੁਸੀਂ ਦੂਜੇ ਤੋਂ ਪ੍ਰੇਮ ਮੰਗਦੇ ਹੋ ਤਾਂ ਤੁਸੀਂ ਦੁਖੀ ਹੋ, ਤੁਸੀਂ ਪ੍ਰੇਮ ਦੇਣ ਵਿੱਚ ਵੀ ਅਸਮਰਥ ਹੋਵੋਗੇ। ਜੇ ਤੁਸੀਂ ਅੰਦਰੋਂ ਆਨੰਦਿਤ ਹੋ ਤਾਂ ਤੁਸੀਂ ਪ੍ਰੇਮ ਦੇਣ ਵਿੱਚ ਸਮਰੱਥ ਹੋ ਜਾਓਗੇ। ਆਨੰਦ ਦਾ ਦਾਨ ਪ੍ਰੇਮ ਹੈ ਤੇ ਦੁੱਖ ਦਾ ਦਾਨ ਪ੍ਰੇਮ ਦਾ ਮੰਗਣਾ ਹੈ। ਜਿੱਥੇ ਮੰਗ ਹੈ ਉੱਥੇ ਅੰਦਰ ਦੁੱਖ ਹੈ, ਜਿੱਥੇ ਦਾਨ ਹੈ ਉੱਥੇ ਅੰਦਰ ਆਨੰਦ ਹੈ। ਤਾਂ ਜਦੋਂ ਤੱਕ ਤੁਹਾਡੇ ਅੰਦਰ ਆਨੰਦ ਨਹੀਂ ਹੈ ਤਦ ਤੱਕ ਪ੍ਰੇਮ ਕਰ ਹੀ ਨਹੀਂ ਸਕਦੇ। ਜੇ ਥੋੜ੍ਹਾ ਬਹੁਤ ਆਨੰਦ ਹੋਏਗਾ ਤਾਂ ਲੋਕਾਂ ਨੂੰ ਥੋੜ੍ਹਾ ਬਹੁਤ ਪ੍ਰੇਮ ਕਰ ਸਕੋਗੇ। ਜਿਸ ਮਾਤਰਾ 'ਚ ਆਨੰਦ ਵਧੇਗਾ ਪ੍ਰੇਮ ਵਧੇਗਾ। ਜਿਸ ਦਿਨ ਆਨੰਦ ਪੂਰਨ ਹੋ ਜਾਏਗਾ ਉਸ ਦਿਨ ਪ੍ਰੇਮ ਪੂਰਨ ਹੋ ਜਾਏਗਾ। ਆਨੰਦ ਦੀ ਪਰਿਪੂਰਨਾ ਉੱਤੇ ਜੀਵਨ ਵਿੱਚ ਪ੍ਰੇਮ ਉਤਪੰਨ ਹੁੰਦਾ ਹੈ। ਉਸੇ ਪ੍ਰੇਮ ਦੀ ਪਰਿਪੂਰਨਤਾ ਦਾ ਨਾਮ ਪ੍ਰਾਰਥਨਾ ਹੈ। ਉਹ ਟੂ ਬੀ ਇਨ ਪ੍ਰੇਅਰ ਹੈ, ਉਹੀ ਪ੍ਰਾਰਥਨਾ ਵਿੱਚ ਹੋਣਾ ਹੈ। ਫਿਰ 24 ਘੰਟੇ ਜੀਵਨ ਵਿੱਚੋਂ ਪ੍ਰੇਮ ਵਰਨ ਲੱਗਦਾ ਹੈ। ਉੱਠਦੇ ਬੈਠਦੇ ਚਲਦੇ ਚਾਰੇ ਪਾਸੇ ਪ੍ਰੇਮ ਝਲਕਣ ਲੱਗਦਾ ਹੈ। ਅੰਦਰ ਆਨੰਦ ਹੁੰਦਾ ਹੈ ਤਾਂ ਉਹਦੀ ਰੌਸ਼ਨੀ ਬਾਹਰ ਫੈਲਦੀ ਹੈ। ਰੌਸ਼ਨੀ ਅੰਦਰ ਦੀ ਰੌਸ਼ਨੀ ਦਾ ਨਾਮ ਪ੍ਰੇਮ ਹੈ। ਆਨੰਦ ਦੀ ਰੌਸ਼ਨੀ ਦਾ ਨਾਮ ਪ੍ਰੇਮ ਹੈ। ਅੰਦਰ ਆਨੰਦ ਦਾ ਦੀਵਾ ਬਲੇਗਾ ਤਾਂ ਬਾਹਰ ਰੌਸ਼ਨੀ ਫੈਲੇਗੀ ਪ੍ਰੇਮ ਦੀ। ਫਿਰ ਉਹ ਪ੍ਰੇਮ ਕਿਸੇ ਨਾਲ ਸੰਬੰਧਿਤ ਨਹੀਂ ਹੁੰਦਾ। ਜੋ ਪ੍ਰੇਮ ਕਿਸੇ ਨਾਲ ਸੰਬੰਧਿਤ ਨਹੀਂ ਉਹਦਾ ਨਾਮ ਪ੍ਰਾਰਥਨਾ ਹੈ। ਜੋ ਪ੍ਰੇਮ ਕਿਸੇ ਨਾਲ ਸੰਬੰਧਿਤ ਹੋ ਜਾਏ ਉਹ ਪ੍ਰੇਮ ਨਹੀਂ ਹੈ। ਜੋ ਪ੍ਰੇਮ ਕਿਸੇ ਨਾਲ ਸੰਬੰਧਿਤ ਨਹੀਂ ਹੁੰਦਾ, ਆਨੰਦ ਦੇ ਪ੍ਰਤੀ, ਸਰਬ ਦੇ ਪ੍ਰਤੀ ਪ੍ਰਵਾਹਿਤ ਹੁੰਦਾ ਹੈ, ਉਹ ਪ੍ਰਾਰਥਨਾ ਹੈ।
ਉਹ ਪਰਮਾਤਮਾ ਦੇ ਪ੍ਰਤੀ ਪ੍ਰਾਰਥਨਾ ਹੈ। ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸਾਰਾ ਸਮੁੱਚਾ ਟੋਟੈਲਿਟੀ, ਇਹ ਜੋ ਸਭ ਹੈ ਇਹੋ ਪਰਮਾਤਮਾ ਹੈ। ਇਸ ਸਭ ਦੇ ਪ੍ਰਤੀ ਉਹ ਜੋ ਪੌਦਾ ਲੱਗਿਆ ਹੈ, ਉਸ ਦੇ ਪ੍ਰਤੀ ਚੁਰਾਹੇ ਤੇ ਪੱਥਰ ਪਿਆ ਹੈ, ਉਸ ਦੇ ਪ੍ਰਤੀ ਉਹ ਜੋ ਅਸਮਾਨ 'ਚ ਤਾਰੇ ਹਨ, ਚੰਨ ਹੈ, ਉਸ ਦੇ ਪ੍ਰਤੀ ਇਹ ਜੋ ਲੋਕ ਹਨ, ਪਸ਼ੂ ਹਨ, ਪੰਛੀ ਹਨ, ਇਹ ਜੋ ਸੁਹੱਪਣ ਹੈ, ਕਰੂਪਤਾ ਹੈ, ਜੋ ਕੁਝ ਵੀ ਹੈ, ਫੁੱਲ ਹਨ, ਸਭ ਦੇ ਪ੍ਰਤੀ ਬਿਨਾਂ ਕਿਸੇ ਕੰਡੀਸ਼ਨ ਦੇ, ਬਿਨਾਂ ਕਿਸੇ ਸ਼ਰਤ ਦੇ, ਬਿਨਾਂ ਕਿਸੇ ਹੱਠ ਦੇ ਜੋ ਪ੍ਰੇਮ ਦਾ ਦਾਨ ਹੈ, ਉਹ ਪ੍ਰਾਰਥਨਾ ਹੈ। ਤੇ ਜਦੋਂ ਵਿਅਕਤੀ ਵਿੱਚ ਅਜਿਹੀ ਘੜੀ ਆਉਂਦੀ ਹੈ ਕਿ ਜਿੱਥੇ ਵੀ ਤੁਹਾਡੀ ਨਜ਼ਰ ਜਾਏ ਉੱਥੇ ਹੀ ਉਸ ਨਾਲ ਪ੍ਰੇਮ ਵਰਸੇ, ਜਿੱਥੇ ਵੀ ਤੁਹਾਡੇ ਪ੍ਰਾਣ ਕੰਬਣ ਉੱਥੇ ਪ੍ਰੇਮ ਵਰਸੇ, ਜਿੱਥੇ ਵੀ ਤੁਹਾਡੇ ਸਵਾਸ ਜਾਣ ਉੱਥੇ ਸਵਾਸ ਜਾਣ ਪ੍ਰੇਮ ਦੇ, ਜੋ ਵੀ ਤੁਹਾਡੇ ਨਾਲ ਹੋਵੇ ਵਿਚਾਰ ਵਿੱਚ, ਕਰਮ ਵਿੱਚ, ਭਾਵ ਵਿੱਚ, ਉਹ ਸਭ ਪ੍ਰੇਮ ਪੂਰਨ ਹੋਵੇ, ਤਾਂ ਤੁਸੀਂ ਪ੍ਰਾਰਥਨਾ 'ਚ ਪ੍ਰਵੇਸ਼ ਕਰ ਰਹੇ ਹੋ। ਪ੍ਰਾਰਥਨਾ ਬੜੀ ਮੁਸ਼ਕਿਲ ਗੱਲ ਹੈ, ਪ੍ਰਾਰਥਨਾ ਸੌਖੀ ਗੱਲ ਨਹੀਂ ਹੈ। ਉਹ ਤਾਂ ਪ੍ਰੇਮ ਦਾ ਪੂਰੀ ਤਰ੍ਹਾਂ ਸ਼ੁੱਧ ਕੀਤਾ ਰੂਪ ਹੈ। ਤਾਂ ਇਸ ਨੂੰ ਮੈਂ ਪ੍ਰਾਰਥਨਾ ਨਹੀਂ ਕਹਿੰਦਾ ਕਿ ਤੁਸੀਂ ਹੱਥ ਜੋੜ ਕੇ ਕਿਸੇ ਮੰਦਰ 'ਚ ਖੜੇ ਹੋ, ਤਾਂ ਇਹਨੂੰ ਮੈਂ ਪ੍ਰਾਰਥਨਾ ਕਹਿ ਦਿਆਂ ਕਿ ਤੁਸੀਂ ਕਿਸੇ ਮੂਰਤੀ ਦੇ ਅੱਗੇ ਹੱਥ ਜੋੜੀ ਖੜੇ ਹੋ। ਇਹ ਤਾਂ ਉਹੀ ਪੁਰਾਣਾ ਮੰਗਣਾ ਹੈ ਜੋ ਤੁਸੀਂ ਲੋਕਾਂ ਨਾਲ ਕਰ ਰਹੇ ਹੋ। ਇੱਕ ਆਦਮੀ ਦੂਸਰੇ ਆਦਮੀ ਤੋਂ ਪ੍ਰੇਮ ਮੰਗ ਰਿਹਾ ਹੈ, ਉਹ ਫਿਰ ਜ਼ਰਾ ਘਬਰਾਉਂਦਾ ਹੈ ਤਾਂ ਮੰਦਰ 'ਚ ਜਾ ਕੇ ਮੰਗਣ ਲੱਗਦਾ ਹੈ। ਇਸ 'ਚ ਕੋਈ ਭੇਦ ਨਹੀਂ ਹੈ, ਇਸ 'ਚ ਕੋਈ ਫਰਕ ਨਹੀਂ ਹੈ, ਇਹ ਤਾਂ ਮੰਗਣਾ ਹੀ ਹੈ। ਪ੍ਰੇਮ ਦਾਨ ਹੈ, ਤਾਂ ਪ੍ਰਾਰਥਨਾ ਜੇ ਮੰਗਣਾ ਹੈ ਤਾਂ ਸਮਝ ਲਓ ਕਿ ਉਹ ਪ੍ਰਾਰਥਨਾ ਨਹੀਂ ਹੈ। ਪ੍ਰਾਰਥਨਾ ਵੀ ਪ੍ਰੇਮ ਦਾ ਅਨੰਤ ਦਾਨ ਹੋਣੀ ਚਾਹੀਦੀ ਹੈ, ਤੇ ਜਦੋਂ ਹੋਏਗੀ ਤਾਂ ਫਿਰ ਕ੍ਰਾਂਤੀ ਹੋ ਜਾਏਗੀ। ਇੱਕ ਮੁਸਲਮਾਨ ਸੂਫੀ ਫਕੀਰ ਔਰਤ ਹੋਈ ਹੈ ਰਾਬੀਆ। ਉਹਦੇ ਧਰਮ ਗ੍ਰੰਥ ਵਿੱਚ ਕਿਤੇ ਲਿਖਿਆ ਸੀ ਕਿ ਸ਼ੈਤਾਨ ਨੂੰ ਨਫ਼ਰਤ ਕਰੋ। ਉਹਨੇ ਉਹ ਪੰਕਤੀ ਕੱਟ ਦਿੱਤੀ। ਹੁਣ ਧਰਮ ਗ੍ਰੰਥ 'ਚ ਸੁਧਾਰ ਕਰਨਾ ਬੜਾ ਪਾਪ ਹੈ, ਕਿਉਂਕਿ ਧਰਮ ਗ੍ਰੰਥ ਵਿੱਚ ਸੋਧ ਕੌਣ ਕਰੇ। ਹੁਣ ਤੁਸੀਂ ਉੱਠੋ ਤੇ ਗੀਤਾ 'ਚ ਸੋਧ ਕਰ ਦਿਓ, ਕੁਝ ਲਕੀਰਾਂ ਕੱਟ ਦਿਓ ਤੇ ਕੁਝ ਲਿਖ ਦਿਓ, ਤਾਂ ਲੋਕ ਤੁਹਾਨੂੰ ਕਹਿਣਗੇ ਤੁਸੀਂ ਇਹ ਕੀ ਅਨਰਥ ਕਰ ਦਿੱਤਾ। ਇੱਕ ਫਕੀਰ ਉਹਦੇ ਘਰ ਮਹਿਮਾਨ ਸੀ, ਹਸਨ ਨਾਮ ਦਾ ਫਕੀਰ ਸੀ। ਉਹਨੇ ਕੁਰਾਨ ਪੜ੍ਹਿਆ। ਉਹਨੇ ਕਿਹਾ ਇਹ ਕਿਸ ਨੇ ਇਸ 'ਚ ਗੜਬੜ ਕਰ ਦਿੱਤੀ, ਇਹ ਤਾਂ ਗ੍ਰੰਥ ਅਪਵਿੱਤਰ ਹੋ ਗਿਆ, ਇਹ ਕਿਸ ਨੇ ਕੱਟ ਦਿੱਤਾ ਹੈ ਕਿ ਸ਼ੈਤਾਨ ਨੂੰ ਨਫ਼ਰਤ ਕਰੋ। ਰਾਬੀਆ ਨੇ ਕਿਹਾ ਮੈਂ ਹੀ ਕੱਟਿਆ ਹੈ। ਤਾਂ ਉਹਨੇ ਕਿਹਾ ਇਹ ਤੂੰ ਕੀ ਭੁੱਲ ਕਰ ਦਿੱਤੀ ਹੈ। ਰਾਬੀਆ ਨੇ ਕਿਹਾ ਕਿ ਹੁਣ ਮੇਰੀ ਵੱਡੀ ਮੁਸ਼ਕਿਲ ਹੱਲ ਹੋ ਗਈ ਹੈ। ਜਦੋਂ ਤੋਂ ਮੈਂ ਪ੍ਰਾਰਥਨਾ 'ਚ ਦਾਖਲ ਹੋਈ ਹਾਂ, ਹੁਣ ਮੈਂ ਕਿਸੇ ਨੂੰ ਨਫ਼ਰਤ ਕਰ ਹੀ ਨਹੀਂ ਸਕਦੀ। ਹੁਣ ਜੇ ਸ਼ੈਤਾਨ ਮੇਰੇ ਸਾਹਮਣੇ ਖੜਾ ਹੋ ਜਾਏ ਤਾਂ ਪ੍ਰੇਮ ਕਰਨ ਨੂੰ ਮਜਬੂਰ ਹਾਂ। ਈਸ਼ਵਰ ਵੀ ਖੜਾ ਹੋਵੇ, ਸ਼ੈਤਾਨ ਵੀ ਖੜਾ ਹੋਵੇ, ਮੈਂ ਦੋਹਾਂ ਨੂੰ ਪ੍ਰੇਮ ਕਰ ਸਕਦੀ ਹਾਂ। ਅਸਲ 'ਚ ਹੁਣ ਮੈਂ ਪਛਾਣ ਹੀ ਨਹੀਂ ਸਕਾਂਗੀ ਕਿ ਕੌਣ ਈਸ਼ਵਰ ਹੈ, ਕੌਣ ਸ਼ੈਤਾਨ, ਕਿਉਂਕਿ ਪ੍ਰੇਮ ਭੇਦ ਕਰਨਾ ਨਹੀਂ ਜਾਣਦਾ। ਹੁਣ ਮੈਂ ਕਿਵੇਂ ਉਹਨੂੰ ਨਫ਼ਰਤ ਕਰਾਂਗੀ, ਕਿਉਂਕਿ ਮੈਂ ਉਹਨੂੰ ਪਛਾਣ ਹੀ ਨਹੀਂ ਸਕਾਂਗੀ ਕਿ ਇਹ ਸ਼ੈਤਾਨ ਹੈ, ਕਿਉਂਕਿ ਪ੍ਰੇਮ ਕੋਈ ਭੇਦ ਨਹੀਂ ਕਰਦਾ, ਨਫ਼ਰਤ ਭੇਦ ਕਰਦੀ ਹੈ। ਪ੍ਰੇਮ ਅਭੇਦ ਕਰਦਾ ਹੈ, ਪ੍ਰੇਮ ਅਨੋਖਾ ਹੈ, ਭੇਦ ਰਹਿਤ ਹੈ, ਪ੍ਰੇਮ ਹੀ ਇਕੱਲਾ ਭੇਦ ਰਹਿਤ ਹੈ। ਇਹ ਜੋ ਪ੍ਰੇਮ ਦਾ ਭੇਦ ਰਹਿਤ ਅਹਿਸਾਸ ਹੈ, ਉਸ ਸਿਖਰ ਅਨੁਭਵ ਦਾ ਨਾਮ ਪ੍ਰਾਰਥਨਾ ਹੈ। ਪ੍ਰੇਮ ਦਾ ਹੀ ਬੇਹੱਦ ਸ਼ੁੱਧ ਰੂਪ ਪ੍ਰਾਰਥਨਾ ਹੈ, ਇਸ ਦਾ ਹੀ ਅੰਤਿਮ ਵਿਕਾਸ ਪ੍ਰਾਰਥਨਾ ਹੈ। ਉਸ ਪ੍ਰਾਰਥਨਾ ਨੂੰ ਚਾਹੁੰਦਾ ਹਾਂ, ਇਸ ਲਈ ਇਹ ਜੋ ਤਥਾ ਕਥਿਤ ਪ੍ਰਾਰਥਨਾਵਾਂ ਹਨ, ਚਾਹੁੰਦਾ ਹਾਂ ਕਿ ਇਹ ਨਾ ਹੋਣ ਤਾਂ ਸ਼ਾਇਦ ਉਸ ਤਰਫ ਸਾਡੀ ਨਜ਼ਰ ਜਾਏ। ਜੇ ਇਹਨਾਂ ਤੋਂ ਅਸੀਂ ਮੁਕਤ ਹੋ ਜਾਈਏ ਤਾਂ ਇਸ ਪਾਸੇ ਪ੍ਰਵੇਸ਼ ਹੋ ਸਕਦਾ ਹੈ।